ਲਾਈਵ ਭਾਰਤ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਵਾਇਰਲ ਫੀਵਰ ਦੀ। ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਫੀਵਰ ਨਾਲ ਅਫੈਕਟਡ ਹੈ। ਕਿਉਂ ਕਾਰਨ ਹੈ, ਕਿਉਂ ਇੰਨਾ ਜ਼ਿਆਦਾ ਫੀਵਰ ਫੈਲ ਰਿਹਾ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਤੇ ਇਹ ਫੀਵਰ ਦੇ ਵਿੱਚ ਕੀ ਸਿੰਪਟਮ ਹੈਗੇ ਆ, ਕਿਸ ਏਜ ਦੇ ਲੋਕਾਂ ਲਈ ਜ਼ਿਆਦਾ ਖਤਰਨਾਕ ਹੈ, ਕਿਸ ਤਰ੍ਹਾਂ ਦੇ ਹੈ ਫੀਵਰ ਦੇ ਸਿੰਪਟਮ, ਟ੍ਰੀਟਮੈਂਟ ਚੱਲਦਾ ਹੈ, ਸਾਰੀ ਬਾਰੇ ਗੱਲਬਾਤ ਕਰਾਂਗੇ। ਤੇ ਅੱਜ ਸਾਡੇ ਨਾਲ ਮੌਜੂਦ ਹਨ ਡਾਕਟਰ ਸ਼ੂਰ जो कि डायरैक्टर हैं शूर मल्टी स्पैशलिटी हॉस्पिटल के। तो स्वागत है सर तुहाडा लाइव भारत ते। थैंक यू सर। सर गल करांगे वायरल फीवर की। जिस तरह कि अज दे समा बहुत ही ज़्यादा वायरल फीवर चल रहा है, तकरीबन जिस तरह कि मैं कहा कि हर एक घर दे विच कोई ना कोई व्यक्ति जरूर बीमार पै रहा है। तो की कारण है एकदम ही एड्डी वड्डी वेव आ जानी एक फीवर की? देखो जी, ये तो तुसीं देखिया होएगा तकरीबन हर साल ही इस दौरान जो बारिशां पैंदियां और बारिशां तो बाद फीवर पनपते हैं। ਉਹਦੇ ਵਿੱਚ ਮੇਨ ਜਿਹੜੇ ਫੀਵਰ ਇਸ ਟਾਈਮ ਤੇ ਹੁੰਦੇ ਉਹ ਡੇਂਗੂ ਫੀਵਰ ਹੁੰਦਾ ਹੈ, ਪਲੱਸ ਚਿਕਨਗੁਨੀਆ ਹੁੰਦਾ ਹੈ, ਹੋਰ ਵੀ ਕਈ ਵਾਇਰਲ ਇਨਫੈਕਸ਼ਨ ਪਲੱਸ ਪ੍ਰੋਟੋਜੋਰਲ ਇਨਫੈਕਸ਼ਨ ਹੁੰਦੀਆਂ, ਜਿਹਦੇ ਨਾਲ ਕਿ ਪੇਸ਼ੈਂਟ ਨੂੰ ਫੀਵਰ ਆਉਂਦੇ, ਹਾਈ ਗ੍ਰੇਡ ਫੀਵਰ ਆਉਂਦੇ ਹੈ, ਪੇਟ ਦਰਦ ਹੁੰਦਾ ਹੈ, ਲੂਜ਼ ਟੂਲ ਹੁੰਦੇ ਹੈ, ਵੋਮਿਟਿੰਗਸ ਆਉਂਦੀਆਂ, ਜੁਆਇੰਟ ਪੇਨਸ ਹੁੰਦੀਆਂ। ਇਹ ਸਾਰਾ ਤਕਰੀਬਨ ਕਾਫੀ ਦੇਰ ਤੋਂ ਪ੍ਰੋਸੈਸ ਚੱਲ ਰਹੀ ਹੈ। ਔਰ ਇਸ ਵਾਰੀ ਜਿਹੜਾ ਫੀਵਰ ਆਇਆ ਥੋੜਾ ਡਿਫਰੈਂਟ ਹੈ। 50 to 60% ਪੇਸ਼ੈਂਟ ਦੇ ਵਿੱਚ ਡੇਂਗੂ ਵੀ ਪੋਜ਼ਿਟਿਵ ਨਹੀਂ ਆ ਰਿਹਾ, ਪਲੱਸ ਚਿਕਨਗੁਨੀਆ ਵੀ ਨਹੀਂ ਆ ਰਿਹਾ। ਇਟ ਇਜ਼ ਸਮ ਡਿਫਰੈਂਟ ਟਾਈਪ ਆਫ ਵਾਇਰਸ ਜਿਹੜਾ ਇਸ ਟਾਈਮ ਇਨਫੈਕਟ ਕਰ ਰਿਹਾ। ਤੇ ਇਹ ਕਿੰਨਾ ਕਿ ਡੇਂਜਰਸ ਹੈ, ਕਿਉਂਕਿ ਇਹ ਅੱਜ ਦੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਤਾਂ ਹਰ ਇੱਕ ਏਜ ਗਰੁੱਪ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਸਿੰਪਟਮ ਜਿਹੜੇ ਫੀਵਰ ਦੇ ਹੈ। ਹਾਂ, ਇਹ ਤਕਰੀਬਨ ਬੱਚੇ ਵੀ ਆ ਰਹੇ ਹੈ, ਬਜ਼ੁਰਗ ਵੀ ਆ ਰਹੇ ਹੈ, ਔਰ ਯੰਗ ਪੇਸ਼ੈਂਟਸ ਨੂੰ ਵੀ ਇਹ ਇਨਵੋਲਵ ਕਰ ਰਿਹਾ। ਪਰ ਇਹ ਇੰਨਾ ਡੇਂਜਰਸ ਬੁਖਾਰ ਨਹੀਂ ਹੈਗਾ। ਜਿਸ ਤਰ੍ਹਾਂ ਤੁਸੀਂ ਪਿਛਲੇ ਸਾਲ ਦੇਖਿਆ, ਪਿਛਲੇ ਤੋਂ ਪਿਛਲੇ ਸਾਲ ਵੀ ਦੇਖਿਆ ਕਿ ਡੇਂਗੂ ਫੀਵਰ ਜਿਹੜਾ ਆਇਆ ਸੀਗਾ ਇਟ ਵਾਸ ਵੈਰੀ ਡੇਂਜਰਸ ਫੀਵਰ। ਔਰ ਉਦੋਂ ਇਹ ਕੋਵਿਡ ਤੋਂ ਵੀ ਜ਼ਿਆਦਾ ਖਤਰਨਾਕ ਹੋ ਗਿਆ। ਉਹ ਕਾਫੀ ਮੋਰਟੈਲਿਟੀਜ਼ ਵੀ ਅੰਮ੍ਰਿਤਸਰ ਦੇ ਵਿੱਚ ਹੋਈਆਂ ਸੀਗੀਆਂ, ਔਰ ਪੰਜਾਬ ਦੇ ਵਿੱਚ ਵੀ ਕਾਫੀ ਮੋਰਟੈਲਿਟੀਜ਼ ਉਦੋਂ ਹੋਈਆਂ ਸੀਗੀਆਂ। ਪਰ ਇਸ ਵਾਰੀ ਜਿਹੜਾ ਬੁਖਾਰ ਆਇਆ, ਵਾਇਰਲ ਬੁਖਾਰ, ਇਹਦੇ ਵਿੱਚ ਸਿੰਪਟਮ ਜ਼ਰੂਰ ਹੋ ਰਹੇ ਆ। ਸਿੰਪਟਮਸ ਦੇ ਵਿੱਚ ਜੁਆਇੰਟ ਪੇਨ ਬਹੁਤ ਜ਼ਿਆਦਾ ਹੈ, ਮਸਲ पेन बहुत ज़्यादा है, पेशेंट को चलिया नहीं जा रहा, फीवर हाई ग्रेड आ रहे हैं, शिवरिंग हो रही है, प्लस कुछ पेशेंट्स कुछ पचदा नहीं है, वॉमिटिंग्स आती हैं। पर 2-3 दिन या 4 दिन लैके पेशेंट फीवर जो ठीक हो रहा है। इस वारी कोई इन्ना डेंजरस नहीं है। 2 ਤੋਂ 4 दिन की और सैल भी इस वारी कोई इन्ने ज़्यादा डिक्रीज़ नहीं होए। कोई जिस तरह जिमें कोई 100 पेशेंट होए तो 4 या 5 पेशेंट्स ਨੂੰ हले तक ਸੈੱਲ ਚੜਾਉਣੇ ਪਏ ਆ, ਇਸ ਤੋਂ ਜ਼ਿਆਦਾ ਲੋੜ ਨਹੀਂ ਪਈ। ਨਹੀਂ, 4 ਤੋਂ 5% ਦੀ ਰੇਸ਼ੋ ਜਿਹੜੀ ਹੈ ਉਹ ਸੈੱਲ ਡਿਕਰੀਜ਼ ਦੀ ਆਈ। ਅਦਰਵਾਈਜ਼ ਸੈੱਲ ਵੀ ਜ਼ਿਆਦਾ ਡਿਕਰੀਜ਼ ਨਹੀਂ ਹੋ ਰਿਹਾ ਸੌਰੀ। ਔਰ ਡੇਂਗੂ ਵੀ ਪੋਜ਼ਿਟਿਵ ਨਹੀਂ ਆ ਰਿਹਾ, ਔਰ ਚਿਕਨਗੁਨੀਆ ਵੀ ਕਈਆਂ 'ਚ ਪੋਜ਼ਿਟਿਵ ਨਹੀਂ ਆ ਰਿਹਾ। ਬਾਕੀ ਜਿਸ ਤਰ੍ਹਾਂ ਕਿ ਪੇਸ਼ੈਂਟ ਜ਼ਿਆਦਾ ਸੈਂਸਿਟਿਵ ਹੁੰਦੇ ਆ, ਹਾਰਟ ਪੇਸ਼ੈਂਟ ਹੋ ਗਏ ਜਾਂ ਹਾਈ ਸ਼ੂਗਰ ਅਨਕੰਟਰੋਲਡ ਸ਼ੂਗਰ ਦੇ ਪੇਸ਼ੈਂਟ ਹੋ ਗਏ, ਉਹਨਾਂ ਲਈ ਕਿੰਨਾ ਕਿ ਡੇਂਜਰਸ ਹੈ? ਦੇਖੋ, ਜਿਹੜੇ ਅਨਕੰਟਰੋਲਡ ਸ਼ੂਗਰ ਦੇ ਪੇਸ਼ੈਂਟ ਹੈ ਜਾਂ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ, ਕੈਂਸਰ ਦੇ ਪੇਸ਼ੈਂਟ ਹੈ, ਇਸ ਤਰ੍ਹਾਂ ਦੇ ਪੇਸ਼ੈਂਟ ਦੇ ਵਿੱਚ ਅਗਰ ਕੋਈ ਵਾਇਰਲ ਇਨਫੈਕਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਮੈਂ ਨਹੀਂ ਕਹਿ ਰਿਹਾ ਕਿ ਡੇਂਗੂ ਹੈ ਜਾਂ ਚਿਕਨਗੁਨੀਆ, ਕੋਈ ਵੀ ਵਾਇਰਲ ਇਨਫੈਕਸ਼ਨ ਇਨਫੈਕਟ ਹੁੰਦੀ ਹੈ ਤਾਂ ਉਹ FA ਪੇਸ਼ੈਂਟ ਵਾਸਤੇ ਹਮੇਸ਼ਾ ਹੀ ਸੀਰੀਅਸ ਕੰਡੀਸ਼ਨ ਹੁੰਦੀ ਹੈ। ਔਰ ਮੈਂ ਦੇਖਿਆ ਵੀ ਹੈ ਕਈ ਡਾਇਬਟਿਕ ਪੇਸ਼ੈਂਟ ਸਾਡੇ ਕੋਲ ਆਏ, ਉਹਨਾਂ 'ਚ ਨਿਮੋਨੀਆ, ਬਾਈਲੇਟਰਲ ਦੋਨੋਂ ਸਾਈਡ ਦਾ ਡਬਲ ਨਿਮੋਨੀਆ ਵੀ ਹੋਏ ਹੈ, ਔਰ ਪੇਸ਼ੈਂਟ ਰਿਕਵਰ ਹੋਏ ਹੈ, ਪਰ ਕੰਡੀਸ਼ਨ ਸਿੱਕ ਹੋਈ ਹੈ। ਮੇਰੇ ਕੋਲ ਇੱਕ ਪੇਸ਼ੈਂਟ ਐਸਾ ਹੀ ਐਡਮਿਟ ਹੈ, ਉਹਨਾਂ ਨੂੰ ਨਿਮੋਨੀਆ ਦੇ ਨਾਲ ਮਲਟੀ ਔਰਗਨ ਡਿਜ਼ੀਜ਼ ਹੋਈ ਹੈ ਬਿਕੋਜ਼ ਹੀ ਇਜ਼ ਡਾਇਬਟਿਕ। ਔਰ ਡਾਇਬਟਿਕ ਪੇਸ਼ੈਂਟਸ ਪਲੱਸ ਇਮਿਊਨੋ ਕੰਪਰੋਮਾਈਜ਼ ਪੇਸ਼ੈਂਟ ਹਰ ਵੇਲੇ ਖਤਰੇ 'ਚ ਰਹਿੰਦੇ ਆ। ਤੁਸੀਂ ਦੇਖਿਆ ਹੋਏਗਾ ਕੋਵਿਡ ਟਾਈਮ 'ਚ ਵੀ ਇਹ ਪ੍ਰੋਬਲਮਸ ਵਧੀਆਂ ਸੀ ਕਿ ਜਿਹਨੂੰ ਡਾਇਬਟਿਸ ਸੀ ਜਾਂ ਇਮਿਊਨੋ ਕੰਪਰੋਮਾਈਜ਼ ਪੇਸ਼ੈਂਟ ਸੀ, ਉਹਨਾਂ ਨੂੰ ਕੋਵਿਡ ਕਾਫੀ ਜ਼ਿਆਦਾ ਨੁਕਸਾਨ ਕਰਕੇ ਗਿਆ। ਇਸ ਤਰ੍ਹਾਂ ਹੀ ਵਾਇਰਲ ਇਨਫੈਕਸ਼ਨ ਕਰਦੀਆਂ ਪਈਆਂ। ਆਪਾਂ ਗੱਲ ਕਰੀਏ ਤਾਂ ਕੋਵਿਡ ਤੋਂ ਪਹਿਲਾਂ ਵੀ ਬਰਸਾਤਾਂ ਹੁੰਦੀਆਂ ਰਹੀਆਂ, ਪਰ ਇੰਨਾ ਜ਼ਿਆਦਾ ਫੀਵਰ ਸੈਂਸਿਟਿਵ ਨਹੀਂ ਹੁੰਦਾ ਸੀ। ਲੇਕਿਨ ਹੁਣ ਇਹ ਕੀ ਕਾਰਨ ਹੈ ਕਿ ਪਿਛਲੇ 4-5 ਸਾਲਾਂ ਤੋਂ ਬਹੁਤ ਜ਼ਿਆਦਾ ਹੀ ਇੱਕ ਵੇਵ ਹੀ ਆ ਜਾਂਦੀ ਫੀਵਰ ਦੀ, ਹਰ ਘਰ ਦੇ ਵਿੱਚ ਬੰਦੇ ਬਿਮਾਰ ਪੈਣੇ ਸ਼ੁਰੂ ਹੋ ਜਾਂਦੇ ਜੀ। ਨਹੀਂ, ਕੋਵਿਡ ਤੇ ਇਹ ਵਾਲੇ ਵਾਇਰਲ ਇਨਫੈਕਸ਼ਨ ਡਿਫਰੈਂਟ ਹੈਗੀਆਂ। ਕੋਵਿਡ ਕੋਰੋਨਾ ਵਾਇਰਸ ਸੀਗਾ, ਔਰ ਇਹ ਜਿਹੜਾ ਵਾਇਰਸ ਹੈ ਡੇਂਗੂ ਵਾਇਰਸ, ਇਹ ਡਿਊ ਟੂ ਮੋਸਕੀਟੋ ਹੋ ਰਿਹਾ, ਐਡਿਸ ਇਜਿਪਟੀ ਮੋਸਕੀਟੋ ਹੈ ਜਿਹੜਾ ਅਗਰ ਮੰਨ ਲਓ ਗੰਦਾ ਪਾਣੀ ਹੈ ਜਾਂ ਸਾਫ਼ ਪਾਣੀ ਹੈ, ਤੁਸੀਂ ਦੇਖਿਆ ਹੈਗਾ ਡੇਂਗੂ ਫੀਵਰ ਜਿਹੜਾ ਉਹ ਸਾਫ਼ ਪਾਣੀ 'ਤੇ ਪਨਪਦਾ ਹੈ, ਜਿਹੜਾ ਮੱਛਰ ਹੈ ਉਹਦੇ, ਔਰ ਉੱਥੋਂ ਫਿਰ ਉਹ ਇਨਫੈਕਟ ਕਰਦਾ ਦੂਜਿਆਂ ਨੂੰ।
ਔਰ ਐਫ ਆਈ ਕਾਰਨ ਹੈ। ਜੇ ਦੂਜੀਆਂ ਵੀ ਇਨਫੈਕਸ਼ਨਾਂ ਵੀ ਹੈ ਔਰ ਜਿਹੜੀ ਹੈ ਸਫਾਈ ਹੈ ਜਾਂ ਗੰਦਗੀ ਹੈ, ਸ਼ਹਿਰ ਦੀ ਜਿਹੜੀ ਗੰਦਗੀ ਹੈ ਉਹਦੇ ਕਰਕੇ ਵੀ ਇਹ ਚੀਜ਼ਾਂ ਵੱਧਦੀਆਂ। ਔਰ ਸਾਨੂੰ ਇਹ ਚਾਹੀਦਾ ਹੈ ਕਿ ਸਾਡੇ ਜਿਹੜੇ ਸਰਕਾਰ ਹੈ ਪਲੱਸ ਸਾਨੂੰ ਵੀ ਖੁਦ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਕਰਨਾ ਹੈ। ਕਿਤੇ ਵੀ ਪਾਣੀ ਖੜਾ ਹੈ ਉਹਦੀ ਉਸੇ ਟਾਈਮ ਉਹਦੀ ਨਿਕਾਸੀ ਕਰੋ, ਜਾਂ ਕਿਤੇ ਗੰਦਗੀ ਹੈ ਉਹਦੀ ਸਫਾਈ ਕਰੋ, ਕੂੜਾ ਇੱਕ ਜਗ੍ਹਾ ਇਕੱਠਾ ਨਾ ਹੋਵੇ। ਇਹ ਸਾਰੀਆਂ ਚੀਜ਼ਾਂ ਸਾਨੂੰ ਆਪ ਸਮਝ ਕੇ ਕਰਨੀਆਂ ਚਾਹੀਦੀਆਂ। ਯਾਨੀ ਕਿ ਆਪਣੀ ਰਿਸਪੌਂਸਿਬਿਲਟੀ ਲੈ ਲਿੱਤੀ ਜਾਵੇ ਤੇ ਆਪਾਂ ਇੰਨੀਆਂ ਬਿਮਾਰੀਆਂ ਤੋਂ ਬਚਾਇਆ ਵੀ ਸ਼ੁੱਡ ਬੀ ਰਿਸਪੌਂਸਿਬਲ ਫਸਟ। ਸਰਕਾਰ ਬਾਅਦ 'ਚ ਆਉਂਦੀ ਹੈ, ਸਰਕਾਰ ਤੇ ਬਹੁਤ ਕੁਝ ਕਰ ਰਹੀ ਹੈ, ਪਰ ਸਾਨੂੰ ਖੁਦ ਰਿਸਪੌਂਸਿਬਲ ਹੋਣਾ ਪਏਗਾ। ਗਲੀਆਂ ਤੁਸੀਂ ਦੇਖੋ ਬਾਹਰ ਕੂੜਾ ਸੁੱਟਿਆ ਜਾਂਦਾ ਹੈ, ਉਹ ਇਨਫੈਕਟ ਕਰਦਾ, ਉੱਥੇ ਮੱਖੀ ਮੱਛਰ ਇਕੱਠੇ ਹੁੰਦੇ ਆ। ਹੋਰ ਕਈ ਤਰ੍ਹਾਂ ਦੀਆਂ, ਜ਼ਰੂਰੀ ਨਹੀਂ ਹੈ ਕਿ ਇਹ ਵਾਲਾ ਵਾਇਰਸ ਹੈ, ਹੋਰ ਕਈ ਤਰ੍ਹਾਂ ਦੇ ਵਾਇਰਸਿਸ ਆ ਸਕਦੇ ਆ। ਅੱਜ ਕੱਲ੍ਹ ਹਵਾ ਦੇ ਵਿੱਚ ਬਹੁਤ ਤਰ੍ਹਾਂ ਦੇ ਵਾਇਰਸ ਹੈ ਜਿਹੜੇ ਕਈ ਤਰ੍ਹਾਂ ਦੀ ਬਿਮਾਰੀਆਂ ਪੈਦਾ ਕਰ ਰਹੀਆਂ, ਔਰ ਕਈ ਪੇਸ਼ੈਂਟ ਦੀ ਜਾਨ ਵੀ ਜਾ ਰਹੀ ਹੈ ਔਰ ਪਤਾ ਵੀ ਨਹੀਂ ਲੱਗਦਾ ਕਿਹੜਾ ਵਾਇਰਸ ਹੈ। ਔਰ ਇਹਦੀ ਰੋਕਥਾਮ ਵਾਸਤੇ ਸਾਨੂੰ ਆਪਣਾ ਆਲਾ ਦੁਆਲਾ ਔਰ ਸਾਡਾ ਜਿਹੜਾ এনवायरमेंट ਇਹਨੂੰ ਬਿਲਕੁਲ ਸਾਫ਼ ਰੱਖਣਾ ਪਏਗਾ। ਤੇ ਸਾਫ਼ এনवायरमेंट, ਸਾਫ਼ ਸਾਹ ਜਿਹੜੇ ਆ ਸਵਸਥ ਸਰੀਰ ਦੀ ਨਿਸ਼ਾਨੀ ਹੋ ਸਕਦੇ ਆ। ਬਹੁਤ ਵਧੀਆ। ਤੇ ਦੂਸਰੀ ਗੱਲ ਕਰੀਏ ਸਰ, ਜਿਹੜੇ ਕਿ ਹੁਣ ਟ੍ਰੀਟਮੈਂਟ ਚੱਲ ਰਿਹਾ ਹੈ ਜਿਨ੍ਹਾਂ ਦੇ ਪੇਸ਼ੈਂਟ ਅੱਜ, ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ ਇੰਡੀਆ ਦੀ, ਤੇ ਇੰਡੀਆ ਦੇ ਵਿੱਚ ਜਿਹੜਾ ਨਾ ਕੁਝ ਵੀ ਹੋ ਜਾਂਦਾ, ਲੋਕੀ ਸਭ ਤੋਂ ਪਹਿਲਾਂ ਭੱਜ ਕੇ ਜਾ ਜਾਂਦੇ ਆ, ਆਪਣਾ ਟ੍ਰੀਟਮੈਂਟ ਆਪ ਕਰਨਾ ਸ਼ੁਰੂ ਕਰ ਦਿੰਦੇ ਆ। ਉਦੋਂ ਹੁੰਦਾ ਕੀ ਹੈ, ਕੁਝ ਲੋਕ ਜ਼ਿਆਦਾ ਬਿਮਾਰ ਹੋ ਜਾਂਦੇ ਆ। ਇਹ ਕਾਰਨ ਕੀ ਹੈ ਕਿ ਲੋਕ ਆਪਣਾ ਟ੍ਰੀਟਮੈਂਟ ਆਪ ਕਰ ਦਿੰਦੇ, ਜਾਂ ਆਨਲਾਈਨ ਦੇਖ ਕੇ, ਜਾਂ ਵਾਇਰਲ ਫੀਵਰ ਹੈ ਕੁਝ ਆਪਣੇ ਆਪ ਮੈਡੀਸਿਨ ਲੈਣੀ ਸ਼ੁਰੂ ਕਰ ਦਿੰਦੇ ਆ। ਉਹਨਾਂ ਲਈ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ? ਮੇਰੀ ਇਹ ਸੁਜੈਸ਼ਨ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈ, ਜਾਂ ਕੋਈ ਵਾਇਰਲ ਇਨਫੈਕਸ਼ਨ ਹੈ, ਜਾਂ ਕੋਈ ਵੀ ਪ੍ਰੋਬਲਮ ਹੈ, ਇਹ ਟ੍ਰੈਂਡ ਖਤਮ ਹੋਣਾ ਚਾਹੀਦਾ ਹੈ। ਜਿਹੜੀ ਸੈਲਫ ਮੈਡੀਕੇਸ਼ਨ ਹੈ ਜਾਂ ਗੂਗਲ ਤੋਂ ਸਰਚ ਕਰਕੇ ਮੈਡੀਸਿਨ ਲੈਣਾ, ਇਟ ਇਜ਼ ਆਲਵੇਜ਼ ਅ ਡੇਂਜਰਸ ਪ੍ਰੋਬਲਮ। ਹੁਣ ਮੈਂ ਕਈ ਪੇਸ਼ੈਂਟ ਦੇਖੇ ਹੈ ਘਰ ਬੈਠੇ ਹੀ, ਜਿਸ ਤਰ੍ਹਾਂ ਮੰਨ ਲਓ ਕਈ ਪੇਸ਼ੈਂਟ ਮੰਨ ਲਓ ਇੱਕ ਪਲੇਟਲੈਟ ਘਟੇ ਹੋਏ ਆ ਪੇਸ਼ੈਂਟ ਦੇ, ਠੀਕ ਹੈ, ਟੈਸਟ ਕਰਾਉਂਦੇ ਨਹੀਂ ਹੈ, ਪਲੇਟਲੈਟ ਘਟੇ ਹੁੰਦੇ, ਉੱਪਰੋਂ ਨਿਮੋਲਿਡ ਖਾ ਲਈ ਜਾਂ ਹੋਰ ਪੇਨ ਕਿਲਰਸ ਖਾ ਲਈਆਂ, ਉਹਦੇ ਨਾਲ ਸੈੱਲ ਹੋਰ ਟੁੱਟਦੇ ਆ। ਕੱਲ੍ਹ ਨੂੰ ਉਹਦੇ ਨਾਲ ਹੋਰ ਜਿਸ ਤਰ੍ਹਾਂ ਮੰਨ ਲਓ ਖੂਨ ਦੀ ਉਲਟੀ ਆ ਜਾਂਦੀ ਹੈ, ਪੇਸ਼ੈਂਟ ਸਿੱਕ ਕੰਡੀਸ਼ਨ ਸਾਡੇ ਕੋਲ ਆਉਂਦੇ ਆ, ਕਿਉਂਕਿ ਉਹ ਐਕਸਪਰਟ ਐਡਵਾਈਸ ਨਹੀਂ ਲੈਂਦੇ। ਔਰ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਹੈ ਕਿ ਉਹ ਐਕਸਪਰਟਾਈਜ਼ ਦੀ ਕਮੀ ਹੈ। ਇੱਥੇ ਮੈਂ ਦੇਖੀ ਹੈ ਕਿ ਜਿਹੜੇ ਪੇਸ਼ੈਂਟਸ ਹੈ ਜਾਂ ਇੱਥੇ ਦੇ ਲੋਕ ਹੈ, ਉਹ ਫਸਟ ਸਿੱਧਾ ਕੰਸਲਟੈਂਟ ਕੋ ਨਹੀਂ ਜਾਂਦੇ, ਉਹ ਫਸਟ ਪਹਿਲਾਂ ਸੈਲਫ ਮੈਡੀਕੇਸ਼ਨ, ਪਹਿਲਾਂ ਛੋਟੀਆਂ ਦੁਕਾਨਾਂ ਤੋਂ ਜਾ ਕੇ ਇਲਾਜ ਕਰਾਉਂਦੇ ਆ, ਮੈਡੀਕਲ ਸਟੋਰ ਤੋਂ। ਇਟ ਇਜ਼ ਆਲਵੇਜ਼ ਡੇਂਜਰਸ ਕੰਡੀਸ਼ਨ। ਔਰ ਮੇਰੀ ਇਹ ਐਡਵਾਈਸ ਹੈ ਕਿ ਤੁਸੀਂ ਕੋਈ ਵੀ ਪ੍ਰੋਬਲਮ ਹੋਵੇ, ਔਰ ਐਕਸਪਰਟਾਈਜ਼ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਔਰ ਰੋਕਥਾਮ ਵੀ ਬੜੀ ਵੱਧ ਚੁੱਕੀ ਹੈ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਲਵਾਂ, TB ਹੈ। ਹੁਣ ਆਮ ਤੌਰ 'ਤੇ ਕੋਈ ਫੀਵਰ ਹੋਇਆ, ਲੋਕੀ ਮੈਡੀਸਿਨ ਲੈਂਦੇ ਆ, 15 ਦਿਨ ਦਵਾਈ ਖਾਧੀ, ਨਹੀਂ ਫਰਕ ਪਿਆ, ਫਿਰ ਕੰਸਲਟੈਂਟ ਕੋਲ ਜਾਂਦੇ। ਇੰਨੀ ਦੇਰ 'ਚ TB ਦੀ ਬਿਮਾਰੀ ਇੰਨੀ ਜ਼ਿਆਦਾ ਪਨਪ ਜਾਂਦੀ, ਉਹ ਖਰਾਬ ਕਰ ਸਕਦੀ ਹੈ, ਜਾਂ ਹੋਰ ਵੀ ਕੋਈ ਬੁਖਾਰ ਸੀਗਾ ਉਹ ਵੱਧ ਸਕਦਾ ਹੈ। ਇਸ ਲਈ ਐਕਸਪਰਟਾਈਜ਼ ਓਪੀਨੀਅਨ ਲੈ ਕੇ ਹੀ ਟ੍ਰੀਟਮੈਂਟ ਕਰਾਉਣੀ ਚਾਹੀਦੀ ਹੈ। ਤੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਐਕਸਪਰਟਾਈਜ਼ ਜਿਹੜਾ ਤੁਹਾਨੂੰ ਕੰਸਲਟ ਕਰੇਗਾ, ਉਹਦੀ ਸਲਾਹ ਦੇ ਨਾਲ ਹੀ ਆਪਣਾ ਟ੍ਰੀਟਮੈਂਟ ਕਰੋ, ਕਿਉਂਕਿ ਤੁਹਾਡਾ ਸਰੀਰ ਜਿਹੜਾ ਅੰਤ ਤੱਕ ਤੁਹਾਡੇ ਨਾਲ ਚੱਲੇਗਾ। ਤੇ ਇਸ ਦੇ ਨਾਲ ਖਿਲਵਾੜ ਨਾ ਕਰੋ, ਤਾਂ ਕਿ ਤੁਸੀਂ ਵੀ ਸਵਸਥ ਰਹੋ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਨਾਲ ਦੇ ਸਾਥੀ ਵੀ ਸਵਸਥ ਰਹਿਣ। ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਆਪਣੀ ਸਿਹਤ ਦਾ ਖਿਆਲ ਰੱਖਣਾ। ਇਸ ਕਰਕੇ ਹਮੇਸ਼ਾ ਕਿਸੇ ਵੀ ਪ੍ਰੋਬਲਮ ਦੇ ਲਈ ਇੱਕ ਅੱਛੇ ਐਕਸਪਰਟ ਕੰਸਲਟੈਂਟ ਨੂੰ ਹੀ ਕੰਸਲਟ ਕਰਨਾ ਚਾਹੀਦਾ, ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਦੇ ਹੈਲਥ ਟਿਪ ਦੇ ਨਾਲ ਹੀ ਤੁਹਾਡੇ ਦੁਬਾਰਾ ਰੂਬਰੂ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ। ਜੈ ਹਿੰਦ, ਜੈ ਭਾਰਤ।